ਅਪੋਲੋਜੀ ਤਾਂ ਦਿੱਤੀ ਹੈ ਕੇਸ ਤੋਂ ਡਰਦਿਆਂ, ਪਰ ਜਿਹੜੇ ਐਂਗਲ ਦਿੱਤੇ ਗਏ ਆ ਉਹਨਾਂ ਤੋਂ ਪਤਾ ਲੱਗਦਾ ਕਿ ਹਾਲੇ ਵੀ ਸਿੱਖ ਧਰਮ ਦੇ ਖਿਲਾਫ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। I came to know about a politician named ਸੁਖਬੀਰ ਸਿੰਘ ਬਾਦਲ, ਤੇ ਮੈਂ ਉਹਨੂੰ ਕਦੀ ਮਿਲੀ ਨਹੀਂ, ਕਦੀ ਫਿਜ਼ੀਕਲੀ ਦੇਖਿਆ ਨਹੀਂ। ਫਿਰ ਕਈ ਅਕਾਲੀ ਦਲ ਤੁਰੇ ਫਿਰਦੇ ਆ, ਇਸ ਤਰ੍ਹਾਂ ਦੀ ਭਾਸ਼ਾ ਹੈ ਇਹਦੇ ਵਿੱਚ। ਉੱਥੋਂ ਹੀ ਲੱਗਦਾ ਹੈ ਕਿ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦਾ ਹੱਥ ਜਿਹੜਾ ਇਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਅਕਾਲੀ ਦਲ ਨੂੰ ਹੀ, ਸਾਡੀ ਲੀਡਰਸ਼ਿਪ ਨੂੰ ਹੀ ਇਸ ਤਰੀਕੇ ਜਿਹੜੀ ਹੈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੇ ਅਕਾਲੀ ਦਲ ਹੈ। ਕਈ ਅਕਾਲੀ ਦਲ ਇੱਥੇ ਤੁਰੇ ਫਿਰਦੇ ਆ 11 ਪੈਰੇ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਲਵੇਜ਼ ਐਕਸਪ੍ਰੈਸਡ his animosity behavior with the former, so the enmity act of sending a criminal defamation notice to a common citizen ਕਿ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੀ ਪੱਕੀ ਦੁਸ਼ਮਣੀ ਹੈ। ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕੀਤੀ ਹੈ, ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਉਹ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਬਲਾਸਫੇਮਸ ਹੈ। ਇਸ ਤੋਂ ਵੱਡਾ ਹੰਕਾਰ ਵੀ ਕਿਸੇ ਨੂੰ ਹੋ ਸਕਦਾ। ਇਹ ਕਹਿੰਦੇ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕੀਤਾ ਗਿਆ। ਤੁਸੀਂ ਸੋਚ ਸਕਦੇ ਹੋ ਕਿ ਕੋਈ ਜਿਹੜਾ ਨਾਰਮਲ ਬੰਦਾ ਇਹੋ ਜਿਹੀ ਗੱਲ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਬਾਰੇ 'ਚ ਅੱਜ ਦੇ ਸਮੇਂ ਦੇ ਵਿੱਚ ਵੀ ਕਰ ਸਕਦਾ। ਕੱਲਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਇਹ ਲਫ਼ਜ਼ ਨਹੀਂ ਲਿਖੇ ਗਏ, ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ 19 ਪੈਰੇ ਦੇ ਵਿੱਚ ਜਿਹੜਾ ਕੰਪੈਰੀਜ਼ਨ ਕੀਤਾ ਗਿਆ। In a similar concept as His Holiness Shri Guru Nanak Dev Ji has blessed Ganika, a prostitute. My Guru Ji has motivated youngsters to rescue and rehabilitate the destitute female engaged in forced prostitution. कि जिस तरीके गणिका ਨੂੰ ਗੁਰੂ ਨਾਨਕ ਦੇਵ ਜੀ ਨੇ ਬਲੈਸ ਕੀਤਾ ਸੀ, ਇਸੇ ਤਰ੍ਹਾਂ ਹੀ ਜਿਹੜਾ ਰਾਮ ਰਹੀਮ ਜਿਹਨੂੰ ਉਹ ਆਪਣਾ ਗੁਰੂ ਕਹਿ ਰਿਹਾ ਬਾਰ-ਬਾਰ, ਸਾਨੂੰ ਤਾਂ ਸ਼ਰਮ ਆਉਂਦੀ ਆ ਕਿ ਤੁਸੀਂ ਮੁਕਾਬਲਾ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੇ ਨਾਲ। ਬੀਤੇ ਦਿਨੀ ਡੇਰਾ ਪ੍ਰੇਮਣ ਵੀਰਪਾਲ ਵੱਲੋਂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਸੁਖਬੀਰ ਬਾਦਲ ਉੱਤੇ ਇਲਜ਼ਾਮ ਲਗਾਏ ਗਏ ਸਨ ਕਿ ਜਿਹੜੀ ਪੋਸ਼ਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਵੇਲੇ ਸੌਦਾ ਸਾਧ ਵੱਲੋਂ ਪਹਿਨੀ ਗਈ ਸੀ, ਉਹ ਪੋਸ਼ਾਕ ਸੁਖਬੀਰ ਬਾਦਲ ਨੇ ਸੌਦਾ ਸਾਧ ਨੂੰ ਪਹਿਨਣ ਲਈ ਦਿੱਤੀ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਐਕਸ਼ਨ ਲੈਂਦਿਆਂ ਵੀਰਪਾਲ ਕੌਰ ਨੂੰ ਲੀਗਲ ਨੋਟਿਸ ਭੇਜਿਆ ਤੇ ਇਸ ਦਾ ਜਵਾਬ ਮੰਗਿਆ। ਤੇ ਹੁਣ ਵੀਰਪਾਲ ਕੌਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਜਵਾਬ ਦਿੱਤਾ ਗਿਆ, ਜਿਸ ਵਿੱਚ ਵੀਰਪਾਲ ਕੌਰ ਵੱਲੋਂ ਕਿਹਾ ਗਿਆ ਕਿ ਉਹ ਤਾਂ ਸੁਖਬੀਰ ਬਾਦਲ ਨੂੰ ਜਾਣਦੀ ਨਹੀਂ, ਨਾ ਹੀ ਉਸਨੇ ਕਦੇ ਸੁਖਬੀਰ ਬਾਦਲ ਨੂੰ ਵੇਖਿਆ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਜਵਾਬ ਵਿੱਚ ਇਹ ਵੀ ਕਿਹਾ ਗਿਆ ਕਿ ਅਜਿਹੇ ਅਕਾਲੀ ਦਲ ਬਥੇਰੇ ਤੁਰੇ ਫਿਰਦੇ ਨੇ। ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਨੂੰ ਵੀ ਕਾਂਗਰਸ ਦੀ ਸਾਜ਼ਿਸ਼ ਕਰਾਰ ਰਿਹਾ ਦੇ ਉੱਤੇ ਆ ਕੇ ਇੰਟਰਵਿਊ ਦੇਣੀ। ਫਿਰ ਉਸ ਤੋਂ ਇਮੀਡੀਏਟਲੀ ਬਾਅਦ ਕਾਂਗਰਸ ਦੇ ਪ੍ਰਧਾਨ ਸੂਬੇ ਦੇ ਸੁਨੀਲ ਜਾਖੜ ਜੀ, ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਆ ਕੇ ਉਸ ਲੇਡੀ ਨੂੰ ਸਪੋਰਟ ਕਰਨਾ ਔਰ ਇੱਕ ਰਾਜਨੀਤਿਕ ਸਾਜ਼ਿਸ਼ ਜਿਹੜੀ ਹੈ ਉਸ ਤਰੀਕੇ ਇੱਕ ਪੰਜਾਬ ਦੇ ਵਿੱਚ ਮਾਹੌਲ ਪੈਦਾ ਕਰਨਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ 13 ਸਾਲਾਂ ਬਾਅਦ ਇਸ ਵਿਵਾਦ ਦੇ ਵਿੱਚ ਫਿਰ ਬਿਨਾਂ ਮਤਲਬ ਤੋਂ ਘਸੀਟ ਕੇ ਰਾਜਨੀਤਿਕ ਲਾਹਾ ਲੈਣਾ, ਇਹ ਚੀਜ਼ਾਂ ਜਦੋਂ ਮੈਂ ਹੁਣ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗਾ ਤੇ ਤੁਹਾਨੂੰ ਵੀ ਪਤਾ ਲੱਗੇਗਾ ਕਿ ਬੜੀ ਗੰਭੀਰ ਸਾਜ਼ਿਸ਼ ਜਿਹੜੀ ਹੈ ਫਿਰ ਸਿੱਖ ਧਰਮ ਦੇ ਖਿਲਾਫ, ਸਿੱਖ ਗੁਰੂ ਸਾਹਿਬਾਨ ਦੇ ਖਿਲਾਫ ਹਾਲੇ ਵੀ ਅੱਜ ਜਿਹੜੀ ਹੈ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਵੈਸੇ ਤੇ ਜਦੋਂ ਵੀ ਕੋਈ ਲੀਗਲ ਨੋਟਿਸ ਦਿੱਤਾ ਜਾਂਦਾ ਤੇ ਉਸ ਵਿਅਕਤੀ ਨੂੰ ਪਤਾ ਹੋਵੇ ਕਿ ਮੈਂ ਗਲਤ ਐਲੀਗੇਸ਼ਨ ਲਗਾਈ ਆ ਤੇ ਬੜੇ ਸਿੰਪਲ ਇਮਾਨਦਾਰੀ ਦੇ ਨਾਲ ਸਾਦੇ ਸ਼ਬਦਾਂ ਦੇ ਵਿੱਚ ਹਮੇਸ਼ਾ ਅਨਕੰਡੀਸ਼ਨਲ ਅਪੋਲੋਜੀ ਜਿਹੜੀ ਆ ਉਹ ਟੈਂਡਰ ਕੀਤੀ ਜਾਂਦੀ ਆ। ਚਲੋ ਤੁਹਾਡੇ ਕੋਲ ਕੋਈ ਸਬੂਤ ਨਾ ਹੋਵੇ, ਤੁਸੀਂ ਕੋਈ ਜਸਟੀਫਿਕੇਸ਼ਨ ਨਾ ਦੇ ਸਕੋ ਤੇ ਹਮੇਸ਼ਾ ਹੁੰਦਾ ਕਿ ਕਹਿਣ ਵਾਲਾ ਘੱਟੋ ਘੱਟ
ਇਸ ਇਮਾਨਦਾਰੀ ਦੇ ਨਾਲ ਗੱਲ ਕਹਿੰਦਾ ਕਿ ਸਾਰਿਆਂ ਨੂੰ ਲੱਗਦਾ ਕਿ ਨਹੀਂ ਜੇ ਗਲਤੀ ਹੋਈ ਹੈ ਤਾਂ ਠੀਕ ਹੈ, ਵਾਕਈ ਉਹਨੇ ਅਪੋਲੋਜਾਈਜ਼ ਕੀਤਾ। ਪਰ ਇੱਥੇ ਅਪੋਲੋਜੀ ਤਾਂ ਦਿੱਤੀ ਹੈ ਕੇਸ ਤੋਂ ਡਰਦਿਆਂ, ਪਰ ਜਿਹੜੇ ਐਂਗਲ ਦਿੱਤੇ ਗਏ ਆ ਉਹਨਾਂ ਤੋਂ ਪਤਾ ਲੱਗਦਾ ਕਿ ਹਾਲੇ ਵੀ ਸਿੱਖ ਧਰਮ ਦੇ ਖਿਲਾਫ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਲਗਾਤਾਰ ਚੱਲ ਰਹੀ ਹੈ। ਜਿਹੜੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਹੀ ਜਿਹੜੀ ਹੈ ਮੈਂ ਸਮਝਦਾ ਕਿ ਮਾਫੀ ਮੰਗ ਕੇ ਫਾਇਦਾ ਸਾਡਾ ਘੱਟ ਕੀਤਾ, ਕਿਉਂਕਿ ਸਾਨੂੰ ਆਪਣਾ ਨਹੀਂ ਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕੋਈ ਇਸ ਗੱਲ ਦੀ ਜਿੱਦ ਹੈ ਕਿ ਜ਼ਰੂਰੀ ਮੇਰੇ ਕੋਲੋਂ ਕੋਈ ਅਪੋਲੋਜਾਈਜ਼ ਕਰੇ, ਲੇਕਿਨ ਜੋ ਭਾਸ਼ਾ ਇਹਦੇ ਵਿੱਚ ਵਰਤੀ ਗਈ ਹੈ ਉਹ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ, ਜਿਹਨੂੰ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੀ ਕਦੀ ਐਕਸੈਪਟ ਕਰ ਸਕਦਾ, ਨਾ ਕੋਈ ਹੋਰ ਹੀ ਗੁਰੂ ਦੇ ਵਿੱਚ ਆਸਥਾ ਰੱਖਣ ਵਾਲਾ ਕੋਈ ਵੀ ਨਾਨਕ ਨਾਮ ਲੇਵਾ ਕਦੀ ਵੀ ਐਕਸੈਪਟ ਕਰ ਸਕਦਾ। ਇਹਦੇ ਵਿੱਚ ਦੇਖੋ ਕਿਹਾ ਕੀ ਜਾ ਰਿਹਾ, ਜਿਹੜਾ ਗੁਰਮੀਤ ਰਾਮ ਰਹੀਮ ਦੇ ਬਾਰੇ ਚ ਜਿਹੜਾ ਆਲਰੇਡੀ ਇੱਕ ਰੇਪ ਦੇ ਕੇਸ ਦੇ ਵਿੱਚ ਸਜ਼ਾ ਭੁਗਤ ਰਿਹਾ, ਉਹਦੇ ਬਾਰੇ ਕੀ ਕਹਿ ਰਿਹਾ ਕਿ ਆਈ ਕੰਸੀਡਰ ਹਿਮ ਐਜ਼ ਮਾਈ ਗੁਰੂ, a true saint and only almighty God। ਕਿਉਂਕਿ ਜਿਹੜਾ ਸਾਨੂੰ ਜਿਸ ਧਰਮ ਨੂੰ ਤੁਸੀਂ ਲਿਖ ਰਹੇ ਹੋ ਲੈਟਰ ਹੈ, ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ, ਸਾਨੂੰ ਜਿਹੜੀ ਪਰਿਭਾਸ਼ਾ ਗੁਰੂ ਨਾਨਕ ਸਾਹਿਬ ਨੇ ਆਲਮਾਈਟੀ ਗॉड ਦੀ ਦਿੱਤੀ ਆ ਉਹ ਮੂਲ ਮੰਤਰ ਦੇ ਵਿੱਚ ਦੇ ਦਿੱਤੀ ਆ ਉਹਨਾਂ ਨੇ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਸ ਕਰਕੇ ਇੱਥੇ ਉਸ ਵਿਅਕਤੀ ਨੂੰ ਸਾਨੂੰ ਰਿਟਨ ਦੇ ਵਿੱਚ ਨੋਟਿਸ ਦੇ ਵਿੱਚ ਜਵਾਬ ਦੇ ਵਿੱਚ ਦੇਣਾ ਕਿ ਆਲਮਾਈਟੀ ਗॉड ਜਿਹੜਾ ਹੈ ਉਹ ਰਾਮ ਰਹੀਮ ਹੈ, ਮੈਂ ਸਮਝਦਾ ਇਸ ਤੋਂ ਵੱਡੀ ਕੋਈ ਜਿਹੜੀ ਆ ਭਾਵਨਾ ਨੂੰ ਹਰਟ ਕਰਨ ਵਾਲੀ ਗੱਲ ਸਾਡੇ ਵਾਸਤੇ ਕੋਈ ਹੋਰ ਨਹੀਂ ਹੋ ਸਕਦੀ। ਔਰ ਲਿਖਤੀ ਰੂਪ ਦੇ ਵਿੱਚ ਤੁਸੀਂ ਦੇ ਰਹੇ ਸਿੱਖ ਗੁਰੂ ਸਾਹਿਬਾਨਾਂ ਦੀ ਹੋਂਦ ਨੂੰ ਮੰਨ ਕੇ ਤੇ ਉੱਤੇ ਤੁਸੀਂ ਇਹ ਕਹਿ ਰਹੇ ਹੋ ਕਿ ਆਲਮਾਈਟੀ ਗॉड ਉੱਤੇ ਉਹ ਸੰਤ ਰਾਮ ਰਹੀਮ ਹੈ। ਔਰ ਜਿਹੜੀ ਇਹਦੀ ਭਾਸ਼ਾ ਹੈ ਸਟਾਰਟਿੰਗ ਦੇ ਵਿੱਚ ਉੱਥੋਂ ਹੀ ਲੱਗਦਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਸਾਜ਼ਿਸ਼ ਹੈ, ਕਿਉਂਕਿ ਸਟਾਰਟਿੰਗ ਦੇ ਉੱਤੇ ਜਿਸ ਤਰੀਕੇ ਪੈਰਾ 3 ਦੇ ਵਿੱਚ ਜ਼ਿਕਰ ਕੀਤਾ ਗਿਆ, ਆਈ ਕੇਮ ਟੂ ਨੋ ਅਬਾਊਟ ਏ ਪੋਲੀਟੀਸ਼ੀਅਨ ਨੇਮਡ ਸੁਖਬੀਰ ਸਿੰਘ ਬਾਦਲ, ਤੇ ਮੈਂ ਉਹਨੂੰ ਕਦੀ ਮਿਲੀ ਨਹੀਂ, ਕਦੀ ਫਿਜ਼ੀਕਲੀ ਦੇਖਿਆ ਨਹੀਂ। ਫਿਰ ਕਈ ਅਕਾਲੀ ਦਲ ਤੁਰੇ ਫਿਰਦੇ ਆ, ਇਸ ਤਰ੍ਹਾਂ ਦੀ ਭਾਸ਼ਾ ਹੈ ਇਹਦੇ ਵਿੱਚ। Moreover, I have listened about following various Akali Dal and Shromani Akali Dal, and I am not pretty much sure that Sukhbir Singh Badal is actually belong to which Akali Dal। मतलब किते भी कोई ईमानदारी दी सच्चाई दी नहीं। अकाली दलों के नाम लिखे है, ये टकसाली अकाली दल का भी लिखा, यूनीफाइड अकाली दल का भी लिखा, होर भी अकाली दलों के नाम लिखे, वो तो पता ਇਹੋ ਜਿਹੇ ਅਕਾਲੀ ਦਲ ਵੀ ਲਿਖੇ ਜਿਹੜੇ ਸਾਨੂੰ ਵੀ ਨਹੀਂ ਲੱਭਣੇ ਪੈਂਦੇ ਆ, ਪਰ ਸ਼੍ਰੋਮਣੀ ਅਕਾਲੀ ਦਲ ਕੌਣ ਹੈ ਉਹ ਨਹੀਂ ਪੈਂਦਾ। ਔਰ ਆਪਣੇ ਹੀ ਨੋਟਿਸ ਦੇ ਵਿੱਚ 12 ਨੰਬਰ ਦੇ ਉੱਤੇ ਜਾ ਕੇ 12ਵੇਂ ਪੈਰੇ ਦੇ ਵਿੱਚ ਫਿਰ ਜ਼ਿਕਰ ਵੀ ਹੁੰਦਾ ਕਿ that I have observed being alleged leader of ruling party in Punjab from 2007 to 2017 ਸਰਦਾਰ ਸੁਖਬੀਰ ਸਿੰਘ ਬਾਦਲ ਜੀ ਐਂਡ ਦੇਅਰ ਗਵਰਨਮੈਂਟ। 12ਵੇਂ ਪੈਰੇ 'ਚ ਆ ਕੇ ਲੱਭ ਵੀ ਗਿਆ ਕਿ 2007 ਤੋਂ ਲੈ ਕੇ 2017 ਤੱਕ ਜਿਹੜਾ ਰਾਜ ਸੀ ਪੰਜਾਬ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਉਹਦੇ ਵਿੱਚ ਸੀ। ਪਰ ਸਟਾਰਟਿੰਗ ਦੇ ਵਿੱਚ ਜਿਹੜੀ ਹੈ ਉੱਥੋਂ ਹੀ ਲੱਗਦਾ ਹੈ ਕਿ ਜਿਹੜੇ ਸਾਡੇ ਵਿਰੋਧੀ ਹੈ ਉਹਨਾਂ ਦਾ ਹੱਥ ਜਿਹੜਾ ਇਹਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਅਕਾਲੀ ਦਲ ਨੂੰ ਹੀ, ਸਾਡੀ ਲੀਡਰਸ਼ਿਪ ਨੂੰ ਹੀ ਇਸ ਤਰੀਕੇ ਜਿਹੜੀ ਹੈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮੈਨੂੰ ਤਾਂ ਪਤਾ ਹੀ ਨਹੀਂ ਵੀ ਕਿਹੜੇ ਅਕਾਲੀ ਦਲ ਹੈ, ਕਈ ਅਕਾਲੀ ਦਲ ਇੱਥੇ ਤੁਰੇ ਫਿਰਦੇ ਆ। ਇਸ ਦੇ ਨਾਲ ਹੀ ਡਾਕਟਰ ਦਲਜੀਤ ਸਿੰਘ ਚੀਮਾ ਦੇ ਮੁਤਾਬਿਕ ਇਸ ਜਵਾਬ ਵਿੱਚ ਇਹ ਵੀ ਲਿਖਿਆ ਗਿਆ ਕਿ ਸੁਖਬੀਰ ਬਾਦਲ ਉਹਨਾਂ ਦਾ ਦੁਸ਼ਮਣ ਹੈ। ਹੋਰ ਕੀ ਕੁਝ ਕਹਿਣਾ ਹੈ ਦਲਜੀਤ ਸਿੰਘ ਚੀਮਾ ਦਾ, ਉਹ ਵੀ ਸੁਣੋ ਤੇ ਹੋਰ ਵੀ ਸੁਣਾਉਂਦੇ ਆ। ਔਰ ਇਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ 11 ਪੈਰੇ ਦੇ ਵਿੱਚ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਲਵੇਜ਼ ਐਕਸਪ੍ਰੈਸਡ ਹਿਜ ਐਨੀਮਸਟੀ ਬਿਹੇਵੀਅਰ ਵਿਦ ਦੀ ਫਾਰਮਰ, ਸੋ ਦੀ ਐਨਮੀਸੀ ਐਕਟ ਆਫ ਸੈਂਡਿੰਗ ਏ ਕ੍ਰਿਮੀਨਲ ਡੈਫਾਮੇਸ਼ਨ ਨੋਟਿਸ ਟੂ ਏ ਕਾਮਨ ਸਿਟੀਜ਼ਨ, ਕਿ ਸਾਡੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਬੜੀ ਪੱਕੀ ਦੁਸ਼ਮਣੀ ਹੈ।
ਕਿ ਉਹ ਰਾਮ ਰਹੀਮ ਦੇ ਖਿਲਾਫ ਹੈ ਪੱਕੇ ਤੌਰ ਤੇ। ਇਸ ਕਰਕੇ ਔਰ ਸਟਾਰਟਿੰਗ ਜਿਹੜੀ ਆ ਉਹ ਹੋਰ ਲਹਿਜੇ ਦੇ ਨਾਲ ਕੀਤੀ ਗਈ ਹੈ। ਬਾਅਦ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ। ਲੇਕਿਨ ਕਿਤੇ ਵੀ ਜਿਹੜੀ ਹੈਗੀ ਆ, ਜਿਹੜੀ ਗੱਲ ਐਲੀਗੇਸ਼ਨ ਲਾਈ ਗਈ ਸੀ ਇੰਟਰਵਿਊ ਦੇ ਵਿੱਚ, ਉਹਨੂੰ ਆਪਣੀ ਜਸਟੀਫਿਕੇਸ਼ਨ ਨਹੀਂ ਦੇ ਸਕੇ। ਸ਼ਸ਼ੀ ਕਾਂਤ ਦਾ ਨਾਮ ਲੈ ਕੇ ਵਾਰ-ਵਾਰ ਫਿਰ ਗੱਲ ਰਿਪੀਟ ਕੀਤੀ ਗਈ ਆ, ਜਦੋਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਨੇ ਔਨ ਰਿਕਾਰਡ ਆ ਕੇ ਟੈਲੀਵਿਜ਼ਨ ਚੈਨਲ ਦੇ ਉੱਤੇ ਡਿਨਾਈ ਕਰ ਦਿੱਤਾ ਸੀ ਕਿ ਮੈਂ ਕਦੀ ਵੀ ਇਹ ਐਲੀਗੇਸ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਹੀਂ ਲਾਈ। ਇਸ ਜਵਾਬ ਵਿੱਚ ਦਲਜੀਤ ਸਿੰਘ ਚੀਮਾ ਨੇ ਜੋ ਗੱਲ ਦੱਸੀ ਹੈ ਉਸ ਨਾਲ ਤੁਹਾਡੇ ਵੀ ਲੂੰ ਕੰਡੇ ਖੜੇ ਹੋਣ ਵਾਲੇ ਨੇ, ਕਿਉਂਕਿ ਇਸ ਵਿੱਚ ਲਿਖਿਆ ਗਿਆ ਕਿ ਉਹਨਾਂ ਦੇ ਗੁਰੂ ਯਾਨੀ ਕਿ ਸੌਦਾ ਸਾਧ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਵੇਂ ਕੀਤੀ ਗਈ। ਕਿਹਾ ਗਿਆ ਕਿ ਇਸ ਜਾਂਚ ਨੂੰ ਵੀ ਇਗਨੋਰ ਕੀਤਾ ਗਿਆ ਕਿ ਉਹਨਾਂ ਦੇ ਗੁਰੂ ਸੌਦਾ ਸਾਧ ਦਾ ਮੁਕਾਬਲਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਵੇਂ ਕੀਤਾ ਜਾ ਰਿਹਾ, ਇਹ ਤਾਂ ਹੋ ਹੀ ਨਹੀਂ ਸਕਦਾ। ਯਾਨੀ ਕਿ ਡਾਕਟਰ ਚੀਮਾ ਮੁਤਾਬਿਕ ਸੌਦਾ ਸਾਧ ਨੂੰ ਵੱਡਾ ਕਰਕੇ ਦਿਖਾਇਆ ਗਿਆ। ਇੰਨਾ ਹੀ ਨਹੀਂ, ਹੋਰ ਕੀ ਕੁਝ ਕਿਹਾ ਗਿਆ ਉਹ ਵੀ ਜ਼ਰਾ ਸੁਣ ਕੇ। ਜਿਹੜੀ ਦੁਖਦਾਈ ਗੱਲ ਕਿਹੜੀ ਆ ਉਹ ਮੈਂ ਤੁਹਾਨੂੰ ਪੜ੍ਹਨ ਲੱਗਿਆ ਕਿ ਜਿਹਨੂੰ ਕੋਈ ਸਿੱਖ ਸੁਣ ਵੀ ਨਹੀਂ ਸਕਦਾ, ਐਡੀ ਸੀਰੀਅਸ ਗੱਲ ਆ ਕਿ ਹੈਂਕੜਬਾਜੀ ਦੇਖੋ ਲਿਖਣ ਵਾਲਿਆਂ ਦੀ ਕਿ ਕਿਸ ਤਰੀਕੇ ਜਿਹੜਾ ਹੈਗਾ ਉਹ ਗੁਰੂਆਂ ਨੂੰ ਸੰਬੋਧਨ ਕਰ ਰਿਹਾ। ਇਹਦੇ ਵਿੱਚ 17 ਪੈਰੇ ਦੇ ਵਿੱਚ ਜ਼ਿਕਰ ਹੈ that the act of doing intentional comparison of His Holiness my Guru Ji, of His Holiness my Guru Ji ਰਾਮ ਰਹੀਮ, ਜਿਹੜਾ ਰੇਪ ਦੇ ਮੁਕੱਦਮਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਯਾਫਤਾ, that the act of doing intentional comparison of His Holiness my Guru Ji with His Holiness Sahib Shri Guru Gobind Singh Ji is the actual alleged blasphemous act। ਜਿਹੜਾ ਸਿੱਖ ਕੌਮ ਨੇ ਇਤਰਾਜ਼ ਕੀਤਾ ਸੀ ਕਿ ਉਹਨੇ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਦਾ ਬਰਾਬਰੀ ਕੀਤੀ ਹੈ, ਇਸ ਗੱਲ ਦੇ ਉੱਤੇ ਜਿਹੜੀ ਹੈ ਸਾਡੇ ਲੋਕਾਂ ਨੇ ਉਹਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਕਿ ਉਹ ਪੋਸ਼ਾਕ ਪਾ ਕੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕਰ ਰਿਹਾ। ਔਰ ਇਹ ਨੋਟਿਸ ਦੇ ਵਿੱਚ ਕੀ ਕਹਿ ਰਿਹਾ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰਨਾ ਬਲਾਸਫੇਮਸ ਹੈ। ਇਸ ਤੋਂ ਵੱਡਾ ਹੰਕਾਰ ਵੀ ਕਿਸੇ ਨੂੰ ਕੋਈ ਹੋ ਸਕਦਾ, ਇਸ ਤੋਂ ਵੱਡੀ ਬਲਾਸਫੇਮੀ ਵੀ ਕੋਈ ਹੋ ਸਕਦੀ ਹੈ। which has been intentionally ignored in the investigation। ਇਹ ਕਹਿੰਦੇ ਕਿ ਇਸ ਚੀਜ਼ ਦੀ ਜਾਂਚ ਕੀਤੀ ਜਾਣੀ ਚਾਹੀਦੀ ਸੀ ਕਿ ਸਾਡੇ ਗੁਰੂ ਦੇ ਨਾਲ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਿੱਦਾਂ ਕੀਤਾ ਗਿਆ। ਕੋਈ ਸੋਚ ਸਕਦੇ ਕਿ ਕੋਈ ਜਿਹੜਾ ਨਾਰਮਲ ਬੰਦਾ ਇਹੋ ਜਿਹੀ ਗੱਲ ਜਿਹੜੀ ਹੈ ਲਿਖਤੀ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਬਾਰੇ 'ਚ ਅੱਜ ਦੇ ਸਮੇਂ ਦੇ ਵਿੱਚ ਵੀ ਕਰ ਸਕਦਾ। ਹੁਣ ਇਹ ਦੇਖੋ ਕਿ ਸਾਡੇ ਕੋਲੋਂ ਮਾਫੀ ਮੰਗੀ ਗਈ ਹੈ ਕਿ ਸਾਡੀਆਂ ਜ਼ਖਮਾਂ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਮਿਰਚਾਂ ਪਾਈਆਂ ਗਈਆਂ। ਕੱਲਾ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ 'ਚ ਇਹ ਲਫ਼ਜ਼ ਨਹੀਂ ਲਿਖੇ ਗਏ। ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਲ 19 ਪਹਿਰੇ ਦੇ ਵਿੱਚ ਜਿਹੜਾ ਕੰਪੈਰੀਜ਼ਨ ਕੀਤਾ ਗਿਆ, in a similar concept as His Holiness Shri Guru Nanak Dev Ji has blessed Ganika, a prostitute, my Guru Ji has motivated youngsters to rescue and rehabilitate the destitute female engaged in forced prostitution। कि जिस तरीके गणिका नूं गुरु नानक देव जी ने ब्लैस किया सी, इसे तरह ही जिहड़ा राम रहीम जिन्हों वो अपना गुरु कह रहा बार बार, सानूं तो शर्म आउंदी है कि तुसीं मुकाबला कर रहे हो गुरु नानक देव जी दे नाल, और जिहड़े उहदे पाप है, जिहड़े माड़े काम उहने कीते, उन्हां दी जिहड़ी सज़ा हुई, जेल हुई, उहनूं तुसीं जस्टिफाई करन वास्ते कि उहदा वो काम ठीक है, उहनूं तुसीं कंपेयर कर रहे हो गुरु नानक साहब नाल। हाले कि गुरु नानक साहब दा और गणिका नूं ब्लैस करन दा सिद्धा रैफरेंस किते भी सिख स्क्रिप्चर्स दे विच नहीं आउंदा। गुरबाणी दे विच पुराणियां जिहड़ियां गथावां ने पुराने ग्रंथां दे विच लिखियां, उहदा हवाला दे के जिहड़े कोई शब्द गुरबाणी दे विच थां-थां ते आउंदे आ, लेकिन सिद्धा गुरु साहब ने किसी गणिका नूं इस तरीके ब्लैस किया होवे जिहड़ी वेसवा सी, इहदा जिक्र नहीं आउंदा। वैसे हवाले गुरबाणी दे विच है ने, अजामल गणिका जे सिमरत मुक्त भए जी जानो,
ਹੋਰ ਵੀ ਜਿਹੜੀ ਆ ਅੱਗੇ ਜਾ ਕੇ ਕੁਝ ਹਵਾਲੇ ਆਉਂਦੇ ਆ। ਸੂਆ ਪੜਾਵਤ ਗਨਕਾ ਤਰੀ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂ ਗਤ ਪਾਈ ਰਹਾਓ। ਲੇਕਿਨ ਜੋ ਇੱਥੇ ਮੈਂਸ਼ਨ ਕੀਤਾ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਪਾਪ ਗੁਰਮੀਤ ਰਾਮ ਰਹੀਮ ਨੇ ਕੀਤੇ ਆ, ਉਹਨੂੰ ਕੰਪੇਅਰ ਕਰਕੇ ਇਹ ਮੈਂ ਸਮਝਦਾ ਬਹੁਤ ਵੱਡਾ ਗੁਨਾਹ ਆ, ਬੱਜਰ ਗੁਨਾਹ ਆ, ਔਰ ਇਹ ਸਾਰੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਹਰਟ ਕਰਨ ਵਾਲੀ ਗੱਲ। ਇਸ ਕਰਕੇ ਇੱਕ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਫੈਸਲਾ ਹੈ ਕਿ ਅਸੀਂ ਪਾਰਟੀ ਵੱਲੋਂ ਕੱਲ ਤੋਂ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਹੈਗੇ ਆ 295 ਏ ਦੇ ਅੰਦਰ ਇਹਨਾਂ ਦੇ ਖਿਲਾਫ ਜਿਹੜੇ ਆ ਬੀਬੀ ਵੀਰਪਾਲ ਕੌਰ ਦੇ ਖਿਲਾਫ 295 ਏ ਦੇ ਤਹਿਤ ਕ੍ਰਿਮੀਨਲ ਫੌਜਦਾਰੀ ਕੇਸ ਰਜਿਸਟਰ ਕਰਨ ਵਾਸਤੇ ਐਪਲੀਕੇਸ਼ਨ ਦਿਆ। ਸੋ ਵੀਰਪਾਲ ਕੌਰ ਵੱਲੋਂ ਭੇਜੇ ਗਏ ਇਸ ਜਵਾਬ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਵੀਰਪਾਲ ਕੌਰ ਖਿਲਾਫ ਕਾਨੂੰਨੀ ਸ਼ਿਕੰਜਾ ਕੱਸਣ ਦਾ ਪੂਰਾ ਮਨ ਬਣਾ ਲਿਆ ਤੇ ਜੋ ਕੁਝ ਇਸ ਲੀਗਲ ਨੋਟਿਸ ਵਿੱਚ ਜਵਾਬ ਭੇਜਿਆ ਗਿਆ ਤੇ ਜਿਸ ਤਰ੍ਹਾਂ ਗੁਰਮੀਤ ਰਾਮ ਰਹੀਮ ਨੂੰ ਹਾਲੇ ਵੀ ਪੇਸ਼ ਕੀਤਾ ਜਾ ਰਿਹਾ, ਉਸ ਦੇ ਨਾਲ ਸਿੱਖਾਂ ਦਾ ਪਾਰਾ ਜ਼ਰੂਰ ਹਾਈ ਹੋਣ ਵਾਲਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।